ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਅੱਜ ਅਸੀਂ ਜਿਸ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰ ਰਹੇ ਹਾਂ, ਇਹ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਮਾਰੂ ਰਾਗ ਦੇ ਅੰਦਰ 1033 ਤੇ ਅੰਕਿਤ ਹੈ। ਇਸ ਸ਼ਬਦ ਦੇ ਜੋ ਪਹਿਲੇ 13 ਅੰਕ ਨੇ, ਇਹਦੇ ਵਿੱਚ ਜੋ ਹਰੀ ਦੀ ਨਿਰਗੁਣ ਅਵਸਥਾ ਹੈ ਉਹਦਾ ਜ਼ਿਕਰ ਕੀਤਾ ਹੈ। ਜਦੋਂ ਉਸ ਤੋਂ ਬਿਨਾਂ ਕੁਛ ਨਹੀਂ ਸੀ, ਨਿਰਗੁਣ ਸੀ। ਤੇ ਬਾਕੀ ਦੇ 3 ਅੰਕਾਂ ਵਿੱਚ ਉਸ ਹਾਲਾਤ ਦਾ ਜ਼ਿਕਰ ਹੈ ਜਦੋਂ ਕਿ ਉਹ ਪ੍ਰਗਟ ਹੋਏ। ਔਰ ਨਾਲ ਸਾਨੂੰ ਅੱਗੇ ਇਹ ਸਮਝਾਇਆ ਹੈ ਕਿ ਅੱਜ ਜਦੋਂ ਅਸੀਂ ਜ਼ਿੰਦਗੀ ਜੀਣੀ ਹੈ ਤਾਂ ਜੋ ਇਨਸਾਨ ਗੁਰੂ ਤੋਂ ਗਿਆਨ ਦੀ ਦਾਤ ਲੈਂਦਾ ਹੈ, ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲਦਾ ਹੈ, ਤਾਂ ਉਹਨੂੰ ਜਿਹੜੀ ਹੈ ਸਮਝ ਪੈ ਜਾਂਦੀ ਹੈ ਜ਼ਿੰਦਗੀ ਦੀ, ਉਹਨੂੰ ਆਪਣੇ ਜੀਵਨ ਦੀ ਸਮਝ ਜਿਹੜੀ ਹੈ ਪੈਂਦੀ ਹੈ। ਔਰ ਇਹ ਵਿਚਾਰ ਅਸੀਂ ਸਾਰੀ ਜਿਹੜੀ ਹੈ ਸੇਮ 21ਵੀਂ ਅਸ਼ਟਪਦੀ ਸੁਖਮਨੀ ਸਾਹਿਬ ਜੀ ਦੇ ਵਿੱਚ ਵੀ ਕਰੀਬ ਕਰ ਚੁੱਕੇ ਹਾਂ। ਉੱਥੇ ਵੀ ਸੇਮ ਵਿਚਾਰ ਨੇ ਇਸੇ ਤਰ੍ਹਾਂ ਦੇ। ਤਾਂ ਆਓ ਆਪਾਂ ਵਿਚਾਰ ਦੇ ਨਾਲ ਜੁੜੀਏ। ਅਰਬਦ ਨਰਬਦ ਧੁੰਧੂ ਕਾਰਾ। ਅਰਬਦ ਬਾਰੇ ਕਈਆਂ ਨੇ ਜਿਹੜਾ ਵਿਚਾਰ ਦਿੱਤਾ ਹੈ, ਅਰਬੁਦ ਦਾ ਮਤਲਬ 10 ਕਰੋੜ ਯਾਨੀ ਕਈ ਅਰਬ, ਤੇ ਨਰਬਦ ਦਾ ਮਤਲਬ ਨਾ ਅਰਬਦ ਯਾਨੀ ਅਰਬਾਂ ਤੋਂ ਪਰੇ। ਤਾਂ ਇੱਥੇ ਅਰਬਦ ਨਰਬਦ ਦਾ ਮਤਲਬ ਹੈ ਧੁੰਧੂ ਕਾਰਾ। ਧੁੰਧੂ ਕਾਰਾ ਦਾ ਮਤਲਬ ਘੁੱਪ ਹਨੇਰਾ। ਹੁਣ ਜਦੋਂ ਘੁੱਪ ਹਨੇਰਾ ਹੋਏ ਨਾ, ਤੇ ਘੁੱਪ ਹਨੇਰੇ ਦੇ ਵਿੱਚ ਪਤਾ ਨਹੀਂ ਲੱਗਦਾ ਵੀ ਕਿੱਥੇ ਕੀ ਹੈ। ਘੁੱਪ ਹਨੇਰਾ ਹੋਵੇ ਤੇ ਉੱਥੇ ਪਤਾ ਨਹੀਂ ਲੱਗਦਾ ਵੀ ਹੈ ਕੀ ਹੈ। ਤਾਂ ਅਰਬਦ ਨਰਬਦ ਧੁੰਧੂ ਕਾਰਾ ਦਾ ਮਤਲਬ ਹੈਗਾ ਕਿ ਜਗਤ ਰਚਨਾ ਤੋਂ ਪਹਿਲਾਂ ਬੇਅੰਤ ਸਮਾਂ ਐਸੀ ਹਾਲਾਤ ਸੀ ਜਿਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਜਗਤ ਰਚਨਾ ਤੋਂ ਪਹਿਲਾਂ ਐਸੀ ਹਾਲਾਤ, ਉਹਦੇ ਬਾਰੇ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ। ਵਿਸਮਾਦੀ ਦਸ਼ਾ ਹੈ, ਉਹਦੇ ਬਾਰੇ ਕੁਝ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿ ਐ ਸੀ ਜਾਂ ਇੰਜ ਸੀ ਜਾਂ ਇੰਜ ਸੀ। ਧਰਨ ਨਾ ਗਗਨਾ ਹੁਕਮ ਅਪਾਰਾ। ਧਰਨ ਦਾ ਮਤਲਬ ਧਰਤੀ, ਗਗਨਾ ਦਾ ਮਤਲਬ ਆਕਾਸ਼। ਉਦੋਂ ਨਾ ਧਰਤੀ ਸੀ ਨਾ ਆਕਾਸ਼ ਸੀ, ਸਿਰਫ ਹੁਕਮ ਵਰਤ ਰਿਹਾ ਸੀ। ਹੁਕਮ ਉਦੋਂ ਵੀ ਸੀ। ਨਾ ਦਿਨ ਰੈਣ, ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਰੈਣ ਦਾ ਮਤਲਬ ਰਾਤ, ਸੁਨ ਦਾ ਮਤਲਬ ਸੁਨ, ਸੁਨ ਸਮਾਧ ਦਾ ਮਤਲਬ ਉਹ ਸਮਾਧੀ, ਉਹ ਦਸ਼ਾ ਜਿਸ ਵਿੱਚ ਪ੍ਰਭੂ ਆਪਣੇ ਆਪ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ, ਸਿਰਫ ਉਹਦਾ ਆਪਣਾ ਆਪਾ ਸੀ, ਉਹਦੇ ਤੋਂ ਬਿਨਾਂ ਹੋਰ ਕੁਝ ਨਹੀਂ ਸੀ। ਤਦੋਂ ਨਾ ਦਿਨ ਸੀ ਨਾ ਰਾਤ ਸੀ, ਨਾ ਚੰਦ ਸੀ ਨਾ ਸੂਰਜ ਸੀ। ਤਦੋਂ ਪ੍ਰਭੂ ਆਪਣੇ ਆਪ ਵਿੱਚ ਹੀ ਲੀਨ ਸੀ, ਮਗਨ ਸੀ। ਖਾਣੀ ਨਾ ਬਾਣੀ, ਪੌਣ ਨਾ ਪਾਣੀ। ਖਾਣੀ ਦਾ ਮਤਲਬ ਜਗਤ ਉਤਪत्ति ਦੇ ਜੋ ਸਾਧਨ ਨੇ ਨਾ, ਅੰਡਜ ਜੀਰਜ ਸੇਤਜ ਉਤਪੁਜ ਵਗੈਰਾ। ਤੇ ਬਾਣੀ ਦਾ ਮਤਲਬ ਜੀਵਾਂ ਦੀਆਂ ਜਿਹੜੀਆਂ 4 ਬਾਣੀਆਂ ਨੇ, ਬੋਲੀਆਂ ਵਗੈਰਾ ਨੇ। ਤਦੋਂ ਨਾ ਜਗਤ ਰਚਨਾ ਦੀਆਂ 4 ਖਾਣੀਆਂ ਸਨ, ਔਰ ਨਾ ਹੀ ਜੀਵਾਂ ਦੀ ਕੋਈ ਬੋਲੀ ਸੀ, ਬਾਣੀਆਂ ਵੀ ਨਹੀਂ ਸਨ। ਨਾ ਹਵਾ ਸੀ ਨਾ ਪਾਣੀ ਸੀ, ਇਹ ਕੁਛ ਨਹੀਂ ਸੀ। ਓਪਤ ਖਪਤ ਨਾ ਆਵਣ ਜਾਣੀ। ਓਪਤ ਦਾ ਮਤਲਬ ਉਤਪत्ति, ਖਪਤ ਦਾ ਮਤਲਬ ਨਾਸ, ਪਰਲੋ। ਉਦੋਂ ਨਾ ਉਤਪत्ति ਸੀ ਨਾ ਪਰਲੋ ਸੀ, ਨਾ ਆਵਣ ਜਾਣੀ, ਨਾ ਕੋਈ ਆਉਂਦਾ ਸੀ ਨਾ ਕੋਈ ਜਾਂਦਾ ਸੀ, ਯਾਨੀ ਨਾ ਕੋਈ ਜੰਮ ਰਿਹਾ ਸੀ ਨਾ ਕੋਈ ਮਰ ਰਿਹਾ ਸੀ। ਖੰਡ ਪਤਾਲ
ਸਪਤ ਨਹੀਂ ਸਾਗਰ, ਨਦੀ ਨਾ ਨੀਰ ਵਹਾਏਂਦਾ। ਸਪਤ ਦਾ ਮਤਲਬ ਸੱਤ, ਸਾਗਰ ਦਾ ਮਤਲਬ ਸਮੁੰਦਰ। ਤਦੋਂ ਨਾ ਧਰਤੀ ਦੇ 9 ਖੰਡ ਸਨ, ਨਾ ਪਤਾਲ ਸੀ, ਨਾ 7 ਸਮੁੰਦਰ ਸਨ, ਨਾ ਹੀ ਨਦੀਆਂ ਦੇ ਵਿੱਚ ਪਾਣੀ ਕਿਤੇ ਵਹਿ ਰਿਹਾ ਸੀ। ਇਹ ਨਦੀਆਂ, ਇਹ ਪਹਾੜ, ਇਹ ਸਮੁੰਦਰ, ਇਹ ਧਰਤੀ, ਪਤਾਲ ਵਗੈਰਾ ਕੁਛ ਵੀ ਨਹੀਂ ਸੀ। ਨਾ ਤਦ ਸੁਰਗ ਮੱਚ ਪਿਆਲਾ, ਤਦੋਂ ਨਾ ਸਵਰਗ ਲੋਕ ਸੀ, ਨਾ ਮਾਤ ਲੋਕ ਸੀ, ਨਾ ਪਤਾਲ ਲੋਕ ਸੀ। ਸੁਰਗ ਮੱਚ ਪਿਆਲਾ ਮਤਲਬ ਉੱਚੀਆਂ ਥਾਵਾਂ, ਪਤਾਲ ਦਾ ਮਤਲਬ ਨੀਵੀਆਂ ਥਾਵਾਂ, ਤੇ ਮੱਚ ਦਾ ਮਤਲਬ ਜੋ ਸਮਤਲ ਮੈਦਾਨੀ ਇਲਾਕੇ ਨੇ। ਨਾ ਸਵਰਗ ਲੋਕ ਸੀ, ਨਾ ਮਾਤ ਲੋਕ ਸੀ, ਨਾ ਪਤਾਲ ਲੋਕ ਸੀ। ਸਵਰਗ ਲੋਕ ਦਾ ਮਤਲਬ ਇੱਥੇ ਨਹੀਂ ਕਿ ਉੱਤੇ ਕੋਈ ਵੱਖਰਾ ਸਵਰਗ ਹੈਗਾ। ਇੱਥੇ ਸਵਰਗ ਮਾਤ ਔਰ ਪਤਾਲ ਦਾ ਮਤਲਬ ਹੈਗਾ ਕਿ ਉੱਚੀਆਂ ਔਰ ਬਰਾਬਰ ਦੀਆਂ ਔਰ ਨੀਵੀਆਂ ਥਾਵਾਂ, ਪਹਾੜੀ ਇਲਾਕੇ, ਉੱਚੇ ਇਲਾਕੇ ਔਰ ਮੈਦਾਨੀ ਇਲਾਕਾ, ਨੀਵੇਂ ਇਲਾਕੇ। ਉਦੋਂ ਇਹ ਕੁਛ ਐਸਾ ਕੁਛ ਨਹੀਂ ਸੀ। ਦੋਜਕ ਪਿਸਤ ਨਹੀਂ ਖੈ ਕਾਲਾ, ਖੈ ਦਾ ਮਤਲਬ ਨਾਸ ਕਰਨ ਵਾਲਾ, ਕਾਲਾ ਦਾ ਮਤਲਬ ਕਾਲ। ਤਦੋਂ ਨਾ ਦੋਜਕ ਸੀ, ਜਿਵੇਂ ਮੁਸਲਮਾਨ ਵੀਰ ਮੰਨਦੇ ਨੇ ਅੱਜ ਕਿ ਦੋਜਕ ਦੇ ਵਿੱਚ ਬੰਦੇ ਪੈਣਗੇ, ਜਾਂ ਹਿੰਦੂ ਵੀਰ ਨਰਕ ਆਦਿਕ ਮੰਨਦੇ ਨੇ। ਪਿਸਤ ਦਾ ਮਤਲਬ ਬਹਿਸ਼ਤ, ਸਵਰਗ। ਨਾ ਬਹਿਸ਼ਤ ਸੀ, ਨਾ ਦੋਜਕ ਸੀ, ਨਾ ਮੌਤ ਲਿਆਉਣ ਵਾਲਾ ਕਾਲ ਸੀ, ਕਿ ਮੌਤ ਲਿਆਉਣ ਵਾਲਾ ਕਾਲ, ਮੌਤ ਵੀ ਨਹੀਂ ਸੀ ਹੈਗੀ, ਕਿਉਂਕਿ ਜਦੋਂ ਕੁਝ ਹੈ ਹੀ ਨਹੀਂ ਤਾਂ ਮੌਤ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਨਰਕ ਸੁਰਗ ਨਹੀਂ ਜੰਮਣ ਮਰਨਾ, ਨਾ ਕੋ ਆਏ ਨਾ ਜਾਏਂਦਾ। ਨਾ ਤੇ ਉਦੋਂ ਕੋਈ ਦੁੱਖਾਂ ਦੀ ਦੁਨੀਆ ਸੀ, ਨਰਕ ਦਾ ਮਤਲਬ ਦੁੱਖ, ਤੇ ਸੁਰਗ ਦਾ ਮਤਲਬ ਹੈਗਾ ਸੁੱਖ। ਨਾ ਉਦੋਂ ਕੋਈ ਦੁੱਖਾਂ ਦੀ ਦੁਨੀਆ ਸੀ, ਨਾ ਉਦੋਂ ਕੋਈ ਸੁੱਖ ਸੀ, ਨਾ ਕੋਈ ਜੰਮਦਾ ਸੀ, ਨਾ ਕੋਈ ਮਰਦਾ ਸੀ, ਨਾ ਕੋਈ ਆਉਂਦਾ ਸੀ, ਨਾ ਕੋਈ ਕਿਤੇ ਜਾਂਦਾ ਸੀ। ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ, ਮਹੇਸ਼ ਦਾ ਮਤਲਬ ਸ਼ਿਵ। ਤਦੋਂ ਨਾ ਕੋਈ ਬ੍ਰਹਮਾ ਸੀ, ਨਾ ਵਿਸ਼ਨੂੰ ਸੀ, ਔਰ ਨਾ ਹੀ ਸ਼ਿਵ ਆਦਿਕ ਸੀ। ਅਵਰ ਨਾ ਦਿਸੈ ਏਕੋ ਸੋਈ, ਤਦੋਂ ਇੱਕ ਰੱਬ ਤੋਂ ਬਿਨਾਂ ਹੋਰ ਕੋਈ ਦਿਸਦਾ ਹੀ ਨਹੀਂ ਸੀ। ਇੱਕ ਪਰਮਾਤਮਾ, ਇੱਕ ਪ੍ਰਭੂ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਦਿਸਦਾ, ਯਾਨੀ ਇੱਕ ਹੀ ਸੀ ਆਪਣੇ ਆਪ ਦੇ ਅੰਦਰ ਜੋ ਸਮਾਇਆ ਹੋਇਆ, ਜਿਹਦੇ ਬਾਰੇ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ। ਨਾਰ ਪੁਰਖ ਨਹੀਂ ਜਾਤ ਨਾ ਜਨਮਾ, ਨਾ ਕੋ ਦੁੱਖ ਸੁਖ ਪਾਏਂਦਾ। ਨਾ ਤਦੋਂ ਕੋਈ ਇਸਤਰੀ ਸੀ, ਨਾ ਕੋਈ ਮਰਦ ਸੀ, ਨਾ ਕੋਈ ਜਾਤ ਸੀ, ਨਾ ਕਿਸੇ ਜਾਤ ਵਿੱਚ ਕੋਈ ਜਨਮ ਲੈਂਦਾ ਸੀ, ਨਾ ਕੋਈ ਦੁੱਖ ਭੋਗਣ ਵਾਲਾ ਸੀ, ਨਾ ਕੋਈ ਸੁੱਖ ਭੋਗਣ ਵਾਲਾ ਸੀ, ਕਿਉਂਕਿ ਕੁਝ ਹੈ ਨਹੀਂ ਸੀ। ਨਾ ਤਦ ਜਤੀ ਸਤੀ ਬਨਵਾਸੀ, ਸਤੀ ਦਾ ਮਤਲਬ ਉੱਚੇ ਆਚਰਨ ਵਾਲੇ, ਜਤੀ ਦਾ ਮਤਲਬ ਜਤ ਧਾਰਨ ਵਾਲੇ, ਜਿਹੜੇ ਵਿਆਹ ਸ਼ਾਦੀ ਆਦਿਕ ਨਹੀਂ ਕਰਾਉਂਦੇ। ਤਦੋਂ ਨਾ ਕੋਈ ਜਤੀ ਸੀ, ਨਾ ਕੋਈ ਸਤੀ ਸੀ, ਔਰ ਨਾ ਕੋਈ ਬਨਵਾਸੀ ਸੰਸਾਰ ਨੂੰ ਤਿਆਗ ਕੇ ਜੰਗਲਾਂ ਵਿੱਚ ਵਿਚਰਨ ਵਾਲਾ ਸੀ। ਨਾ ਤਦ ਸਿੱਧ ਸਾਧਿਕ ਸੁਖਵਾਸੀ, ਉਦੋਂ ਨਾ ਤੇ ਕੋਈ ਸਿੱਧ ਦਾ ਮਤਲਬ ਯੋਗ ਸਾਧਨਾਵਾਂ ਦੇ ਵਿੱਚ ਪੁੱਗਿਆ ਹੋਇਆ ਜੋਗੀ, ਸਾਧਿਕ ਦਾ ਮਤਲਬ ਸਾਧਨਾ ਦੇ ਵਿੱਚ ਲੱਗਾ ਹੋਇਆ ਜੋਗੀ, ਸੁਖਵਾਸੀ ਦਾ ਮਤਲਬ ਸੁਖਾਂ ਦਾ ਵਾਸੀ। ਤਦੋਂ ਨਾ ਕੋਈ ਸਿੱਧ ਸਨ, ਨਾ ਸਾਧਿਕ ਸਨ, ਤੇ ਨਾ ਕੋਈ ਸੁਖਵਾਸੀ ਸਨ, ਨਾ ਕੋਈ ਗ੍ਰਸਤੀ ਸਨ। ਜੋਗੀ ਜੰਗਮ ਭੇਖ ਨਾ ਕੋਈ, ਨਾ ਕੋ ਨਾਥ ਕਹਾਏਂਦਾ। ਜੰਗਮ ਦਾ ਮਤਲਬ ਸ਼ਿਵ ਉਪਾਸਕ ਜੋਗੀਆਂ ਦਾ ਇੱਕ ਭੇਖ ਹੈ, ਨਾਥ ਜੋਗੀਆਂ ਦਾ ਗੁਰੂ। ਤਦੋਂ ਨਾ ਕੋਈ ਜੋਗੀਆਂ ਦਾ ਤੇ ਨਾ ਕੋਈ ਜੰਗਮਾਂ ਦਾ ਭੇਖ ਸੀ,
ਨਾ ਕੋਈ ਜੋਗੀਆਂ ਦਾ ਗੁਰੂ ਅਖਵਾਉਣ ਵਾਲਾ ਸੀ। ਜਪ ਤਪ ਸੰਜਮ ਨਾਮ ਬ੍ਰਤ ਪੂਜਾ। ਸੰਜਮ ਦਾ ਮਤਲਬ ਇੰਦਰੀਆਂ ਨੂੰ ਵਸ ਵਿੱਚ ਰੱਖਣ ਦੇ ਸਾਧਨ। ਬ੍ਰਤ ਦਾ ਮਤਲਬ ਵਰਤ ਨਿਰਾਹਾਰ ਰਹਿਣਾ। ਤਦੋਂ ਨਾ ਕਿਤੇ ਜਪ ਹੋ ਰਹੇ ਸਨ, ਨਾ ਕਿਤੇ ਤਪ ਹੋ ਰਹੇ ਸਨ, ਨਾ ਕੋਈ ਹੋਰ ਸੰਜਮ ਸਨ, ਨਾ ਵਰਤ ਰੱਖੇ ਜਾ ਰਹੇ ਸਨ, ਔਰ ਨਾ ਹੀ ਕਿਤੇ ਪੂਜਾ ਕੀਤੀ ਜਾ ਰਹੀ ਸੀ। ਨਾ ਕੋ ਆਖ ਵਖਾਣੈ ਦੂਜਾ, ਨਾ ਕੋ ਆਖ ਵਖਾਣੈ ਦੂਜਾ। ਤਦੋਂ ਕੋਈ ਐਸਾ ਜੀਵ ਨਹੀਂ ਸੀ ਜੋ ਕਿਸੇ ਦੂਜੇ ਦਾ ਜ਼ਿਕਰ ਕਰ ਸਕੇ ਕਿ ਰੱਬ ਤੋਂ ਬਿਨਾਂ ਵੀ ਕੋਈ ਦੂਜਾ ਹੈ। ਕੋਈ ਦੂਜੇ ਦਾ ਜ਼ਿਕਰ ਹੋ ਹੀ ਨਹੀਂ ਸੀ ਸਕਦਾ, ਨਾ ਕੋਈ ਦੂਜੇ ਦਾ ਜ਼ਿਕਰ ਕਰਨ ਵਾਲਾ ਸੀ। ਆਪੇ ਆਪ ਉਪਾਏ ਵਿਗਸੈ, ਆਪੇ ਕੀਮਤ ਪਾਇੰਦਾ। ਆਪੇ ਆਪ ਦਾ ਮਤਲਬ ਆਪਣੇ ਆਪ, ਜਿਵੇਂ ਸਹਿਬੰਗ ਹੈ ਨਾ, ਪ੍ਰਭੂ ਸਹਿਬੰਗ ਹੈ, ਆਪਣੇ ਆਪ ਤੋਂ ਆਪ ਹੈ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਤਦੋਂ ਪ੍ਰਭੂ ਨੇ ਆਪਣੇ ਆਪ ਦੇ ਵਿੱਚ ਹੀ ਪ੍ਰਗਟ ਸੀ ਔਰ ਆਪਣੇ ਆਪ ਦੇ ਵਿੱਚ ਹੀ ਖੁਸ਼ ਸੀ। ਆਪੇ ਕੀਮਤ ਪਾਇੰਦਾ, ਤੇ ਆਪਣੀ ਕੀਮਤ ਵੀ ਆਪ ਹੀ ਜਾਣਦਾ ਸੀ, ਆਪਣੀ ਵਡੱਪਨ ਨੂੰ ਵੀ ਆਪ ਜਾਣਦਾ ਸੀ। ਉਸ ਸਮੇਂ ਕੀ ਸੀ ਉਹਦੇ ਬਾਰੇ ਉਹ ਆਪ ਜਾਣਦਾ ਸੀ। ਆਪਣੇ ਆਪ ਤੋਂ ਆਪ ਪੈਦਾ ਹੋ ਕੇ ਤੇ ਆਪਣੇ ਆਪ ਦੇ ਵਿੱਚ ਉਹ ਖੁਸ਼ ਪ੍ਰਸੰਨ ਸੀ। ਨਾ ਸੋਚ ਸੰਜਮ ਤੁਲਸੀ ਮਾਲਾ। ਸੋਚ ਦਾ ਮਤਲਬ ਸਰੀਰ ਨੂੰ ਪਵਿੱਤਰ ਰੱਖਣ ਦਾ ਸਾਧਨ। ਜਿਹੜੇ ਵੈਸ਼ਨੋ ਲੋਕ ਨੇ ਤੁਲਸੀ ਦੀ ਲੱਕੜ ਦੀ ਕੰਠੀ ਮਾਲਾ ਪਹਿਨਦੇ ਨੇ, ਕਿਉਂਕਿ ਤੁਲਸੀ ਦਾ ਬੂਟਾ ਜਿਹੜਾ ਬਹੁਤ ਪਵਿੱਤਰ ਲੋਕ ਮੰਨਦੇ ਨੇ। ਤਦੋਂ ਨਾ ਕਿਤੇ ਸੋਚ ਰੱਖੀ ਜਾ ਰਹੀ ਸੀ, ਨਾ ਕਿਤੇ ਕੋਈ ਸੰਜਮ ਕੀਤਾ ਜਾ ਰਿਹਾ ਸੀ, ਔਰ ਨਾ ਹੀ ਕਿਤੇ ਕੋਈ ਤੁਲਸੀ ਆਦਿਕ ਦੀ ਮਾਲਾ ਪਾਉਣ ਵਾਲਾ ਸੀ। ਗੋਪੀ ਕਾਨ ਨਾ ਗਊ ਗਵਾਲਾ। ਇੱਥੇ ਗਵਾਲਾ ਗੱਗੇ ਦੇ ਉੱਤੇ ਹੋੜਾ ਵੀ ਹੈ ਔਰ ਗੱਗੇ ਦੇ ਥੱਲੇ ਔਂਕੜ ਵੀ ਹੈ। ਤਾਂ ਅਸਲ ਲਫ਼ਜ਼ ਹੈ ਗਵਾਲਾ, ਪਰ ਇੱਥੇ ਗਵਾਲਾ ਪੜਨਾ ਹੈ ਔਂਕੜ ਰਾਹੀਂ, ਗਵਾਲਾ। ਗੋਪੀ ਕਾਨ ਨਾ ਗਊ ਗਵਾਲਾ। ਨਾ ਉਦੋਂ ਕੋਈ ਗੋਪੀ ਸੀ, ਨਾ ਕੋਈ ਕਾਨ ਕ੍ਰਿਸ਼ਨ ਸੀ, ਨਾ ਕੋਈ ਗਊ ਸੀ, ਤੇ ਨਾ ਕੋਈ ਗਊਆਂ ਨੂੰ ਚਾਰਨ ਵਾਲਾ ਰਾਖਾ ਸੀ। ਤੰਤ ਮੰਤ ਪਾਖੰਡ ਨਾ ਕੋਈ, ਨਾ ਕੋ ਵੰਸ਼ ਵਜਾਇੰਦਾ। ਤਦੋਂ ਨਾ ਕੋਈ ਤੰਤਰ ਮੰਤਰ ਸੀ, ਨਾ ਕੋਈ ਪਖੰਡ ਸੀ, ਨਾ ਕੋਈ ਬੰਸਰੀ ਵਜਾ ਰਿਹਾ ਸੀ। ਕਰਮ ਧਰਮ ਨਹੀਂ ਮਾਇਆ ਮਾਖੀ। ਇੱਥੇ ਮਾਖੀ ਦਾ ਮਤਲਬ ਹੈ ਮਾਖਿਓ, ਮਿੱਠਾ। ਤਦੋਂ ਨਾ ਕਿਤੇ ਧਾਰਮਿਕ ਕਰਮਕਾਂਡ ਸੀ। ਕਰਮ ਧਰਮ ਦਾ ਮਤਲਬ ਧਾਰਮਿਕ ਕਰਮਕਾਂਡ ਨਹੀਂ ਸਨ, ਜਿੰਨੇ ਵੀ ਅੱਜ ਲੋਕ ਕਰਦੇ ਨੇ, ਕੋਈ ਕਰਮਕਾਂਡ ਨਹੀਂ ਸੀ। ਔਰ ਨਾ ਹੀ ਮਿੱਠੀ ਮਾਇਆ ਸੀ ਕਿ ਕਿਸੇ ਨੂੰ ਮਾਇਆ ਦਾ ਮੋਹ ਚੰਬੜਿਆ ਹੋਵੇ, ਐਸਾ ਕੁਝ ਨਹੀਂ ਸੀ। ਜਾਤ ਜਨਮ ਨਹੀਂ ਦੀਸੈ ਆਖੀ। ਆਖੀ ਨਹੀਂ ਇਹਨੂੰ ਪੜਨਾ, ਆਖੀ ਪੜਨਾ ਹੈ, ਆਖੀ ਅੱਖਾਂ ਨਾਲ। ਤਦੋਂ ਨਾ ਕਿਤੇ ਕੋਈ ਉੱਚੀ ਨੀਵੀਂ ਜਾਤ ਸੀ ਤੇ ਨਾ ਕਿਸੇ ਜਾਤ ਵਿੱਚ ਕੋਈ ਜਨਮ ਲੈਂਦਾ ਦਿਸਦਾ ਸੀ। ਮਮਤਾ ਜਾਲ ਕਾਲ ਨਹੀਂ ਮੱਥ ਹੈ, ਨਾ ਕੋ ਕਿਸੇ ਧਿਆਇਂਦਾ। ਮਮਤਾ ਦਾ ਮਤਲਬ ਅਪਣੱਤ, ਇਹ ਖਿਆਲ ਕਿ ਇਹ ਚੀਜ਼ ਮੇਰੀ ਹੈ, ਇਹ ਬਗਾਨੀ ਹੈ। ਤਦੋਂ ਨਾ ਕਿਤੇ ਮਾਇਆ ਦੀ ਮਮਤਾ ਦਾ ਜਾਲ ਸੀ, ਨਾ ਕਿਤੇ ਕਿਸੇ ਦੇ ਸਿਰ ਉੱਤੇ ਕਾਲ ਕੂਕਦਾ ਸੀ, ਨਾ ਕੋਈ ਜੀਵ ਕਿਸੇ ਦਾ ਸਿਮਰਨ ਧਿਆਨ ਕਰਦਾ ਸੀ। ਨਿੰਦ ਬਿੰਦ ਨਹੀਂ ਜਿਉ ਨਾ ਜਿੰਦੋ। ਬਿੰਦ ਦਾ ਮਤਲਬ ਉਸਤਤ ਵਡਿਆਈ, ਨਿੰਦ ਦਾ ਮਤਲਬ ਨਿੰਦਿਆ। ਤਦੋਂ ਨਾ ਕਿਤੇ ਨਿੰਦਿਆ ਸੀ, ਨਾ ਖੁਸ਼ਾਮਦ ਸੀ। ਜਿਉ ਨਾ ਜਿੰਦੋ, ਨਾ ਕੋਈ ਜੀਵਾਤਮਾ ਸੀ, ਨਾ ਕੋਈ ਜਿੰਦ ਸੀ।
ਨਾ ਤਦ ਗੋਰਖ ਨਾ ਮਾਛਿੰਦੋ। ਮਾਛਿੰਦੋ ਦਾ ਮਤਲਬ ਮਾਛਿੰਦਰ ਨਾਥ। ਤਦੋਂ ਨਾ ਗੋਰਖ ਸੀ ਤੇ ਨਾ ਮਛਿੰਦਰ ਨਾਥ ਸੀ। ਹੁਣ ਇਹ ਚੀਜ਼ ਨੂੰ ਥੋੜਾ ਜਿਹਾ ਧਿਆਨ ਦੇ ਵਿੱਚ ਰੱਖ ਕੇ ਅੱਗੇ ਆਪਾਂ ਚੱਲਣਾ ਹੈ। ਨਿੰਦ ਬਿੰਦ ਨਹੀਂ ਜੀਓ ਨਾ ਜਿੰਦੋ। ਇਸ ਦਾ ਅਰਥ ਭਾਈ ਸਾਹਿਬ ਸਿੰਘ ਜੀ ਕਰ ਰਹੇ ਨੇ। ਤਦੋਂ ਨਾ ਕਿਤੇ ਨਿੰਦਿਆ ਸੀ, ਨਾ ਖੁਸ਼ਾਮਦ ਸੀ, ਨਾ ਕੋਈ ਜੀਵਾਤਮਾ ਸੀ ਆਤਮਾ, ਤੇ ਨਾ ਕੋਈ ਜਿੰਦ ਸੀ। ਯਾਨੀ ਕਿ ਉਦੋਂ ਆਤਮਾ ਜੀਵਾਤਮਾ ਵਗੈਰਾ ਨਹੀਂ ਸੀ, ਕੋਈ ਵੀ ਜਿੰਦ ਆਦਿਕ ਨਹੀਂ ਸੀ। ਨਾ ਤਦ ਗੋਰਖ ਨਾ ਮਾਛਿੰਦੋ। ਨਾ ਗੋਰਖ ਸੀ ਤੇ ਨਾ ਹੀ ਉਦੋਂ ਮਛਿੰਦਰ ਨਾਥ ਸੀ। ਨਾ ਤਦ ਗਿਆਨ ਧਿਆਨ ਕੁਲ ਓਪਤ। ਨਾ ਕੋ ਗਣਤ ਗਣਾਏਂਦਾ। ਕੁਲ ਓਪਤ ਦਾ ਮਤਲਬ ਕੁੱਲਾਂ ਦੀ ਉਤਪਤੀ। ਗਣਤ ਦਾ ਮਤਲਬ ਲੇਖਾ ਜੋਖਾ ਜਿਹੜਾ ਹੈ, ਮਾਨ ਕਰਨਾ। ਤਦੋਂ ਨਾ ਕਿਤੇ ਧਾਰਮਿਕ ਪੁਸਤਕਾਂ ਦੀ ਗਿਆਨ ਚਰਚਾ ਸੀ, ਨਾ ਕਿਤੇ ਸਮਾਧੀ ਇਸਤ ਧਿਆਨ ਸੀ, ਨਾ ਕਿਤੇ ਕੁੱਲਾਂ ਦੀ ਉਤਪਤੀ ਸੀ, ਤੇ ਨਾ ਹੀ ਕੋਈ ਚੰਗੀ ਕੁੱਲ ਦੇ ਵਿੱਚ ਜੰਮਣ ਦਾ ਮਾਣ ਕਰਦਾ ਸੀ। ਨਾ ਧਾਰਮਿਕ ਪੁਸਤਕਾਂ ਦਾ ਪਾਠ ਪੂਜਾ ਸੀ, ਨਾ ਹੀ ਗਿਆਨ ਚਰਚਾ ਸੀ, ਨਾ ਸਮਾਧੀਆਂ ਸਨ, ਨਾ ਕੋਈ ਉੱਚੀ ਨੀਵੀਂ ਕੁੱਲ ਸੀ, ਨਾ ਕੋਈ ਉੱਚੀ ਨੀਵੀਂ ਕੁੱਲ ਵਿੱਚ ਜਨਮ ਲੈਣ ਦਾ ਮਾਣ ਕਰਦਾ ਸੀ। ਇਹੋ ਜਿਹਾ ਲੇਖਾ ਜੋਖਾ ਨਹੀਂ ਸੀ। ਵਰਨ ਭੇਖ ਨਹੀਂ ਬ੍ਰਾਹਮਣ ਖੱਤਰੀ। ਤਦੋਂ ਨਾ ਕੋਈ ਬ੍ਰਾਹਮਣ ਖੱਤਰੀ ਆਦਿਕ ਵਰਨ ਸਨ, ਤੇ ਨਾ ਕਿਤੇ ਜੋਗੀ ਜੰਗਮ ਆਦਿਕ ਭੇਖ ਸਨ। ਵਰਨ ਭੇਖ ਨਹੀਂ, ਬ੍ਰਾਹਮਣ ਖੱਤਰੀ। ਵਰਨ ਜਿਹੜੇ ਨੇ ਚਾਰ ਵਰਨ, ਬ੍ਰਾਹਮਣ, ਕਸ਼ਤਰੀ, ਸ਼ੂਦਰ, ਵੈਸ਼ ਆਦਿਕ, ਇਹ ਨਹੀਂ ਸਨ। ਔਰ ਨਾ ਹੀ ਉਦੋਂ ਕੋਈ ਜੋਗੀ ਜੰਗਮ ਆਦਿਕ ਭੇਖ ਸਨ। ਦੇਵ ਨਾ ਦੇਹੁਰਾ ਗਊ ਗਾਇਤਰੀ। ਦੇਵ ਦਾ ਮਤਲਬ ਦੇਵਤਾ। ਤਦੋਂ ਨਾ ਕੋਈ ਦੇਵਤਾ ਸੀ, ਨਾ ਕੋਈ ਦੇਵਤੇ ਦਾ ਮੰਦਰ ਸੀ, ਦੇਹੁਰਾ ਸੀ। ਗਊ ਗਾਇਤਰੀ, ਨਾ ਹੀ ਕੋਈ ਗਊ ਸੀ, ਤੇ ਨਾ ਹੀ ਕੋਈ ਗਾਇਤਰੀ ਆਦਿਕ ਮੰਤਰ ਸੀ। ਹੋਮ ਜਗ ਨਹੀਂ ਤੀਰਥ ਨਾਵਣ। ਨਾ ਕੋ ਪੂਜਾ ਲੈਂਦਾ। ਹੋਮ ਜਗ, ਨਾ ਕਿਤੇ ਹਵਨ ਸਨ। ਹੋਮ ਦਾ ਮਤਲਬ ਹਵਨ, ਜਗ ਜਿਵੇਂ ਲੋਕ ਕਰਦੇ ਨੇ, ਉਦੋਂ ਜਗ ਵਗੈਰਾ ਨਹੀਂ ਸਨ। ਨਾ ਹੀ ਤੀਰਥਾਂ ਦੇ ਕੋਈ ਇਸ਼ਨਾਨ ਸੀ, ਤੇ ਨਾ ਹੀ ਕੋਈ ਦੇਵ ਪੂਜਾ ਕਰ ਰਿਹਾ ਸੀ। ਨਾ ਕੋਈ ਪੂਜਾ ਲਾਇੰਦਾ, ਨਾ ਕੋਈ ਦੇਵ ਪੂਜਾ ਕਰਦਾ ਸੀ, ਨਾ ਤੀਰਥਾਂ ਦਾ ਇਸ਼ਨਾਨ ਸੀ, ਔਰ ਨਾ ਹੀ ਹਵਨ ਸਨ, ਨਾ ਹੀ ਯੱਗ ਸਨ। ਐਸਾ ਕੁਝ ਵੀ ਨਹੀਂ ਸੀ। ਨਾ ਕੋ ਮੁੱਲਾ ਨਾ ਕੋ ਕਾਜੀ। ਕਦੋਂ ਨਾ ਕੋਈ ਮੌਲਵੀ ਸੀ, ਤੇ ਨਾ ਹੀ ਕੋਈ ਕਾਜੀ ਸੀ। ਨਾ ਕੋ ਸ਼ੇਖ ਮਸਾਇਕ ਹਾਜੀ। ਮਸਾਇਕ ਜਿਹੜਾ ਸ਼ੇਖ ਦਾ ਬਹੁਵਚਨ ਹੈ। ਤਾਂ ਨਾ ਕੋਈ ਸ਼ੇਖ ਸੀ, ਤੇ ਨਾ ਕੋਈ ਹਾਜੀ ਸੀ। ਰਈਅਤ ਰਾਓ ਨਾ ਹੋਮੇ ਦੁਨੀਆ। ਨਾ ਕੋ ਕਹਿਣ ਕਹਾਇਂਦਾ। ਰਈਅਤ ਦਾ ਮਤਲਬ ਪ੍ਰਜਾ, ਰਾਓ ਦਾ ਮਤਲਬ ਬਾਦਸ਼ਾਹ। ਤਦੋਂ ਨਾ ਕਿਤੇ ਪ੍ਰਜਾ ਸੀ, ਨਾ ਕੋਈ ਰਾਜਾ ਸੀ, ਨਾ ਕਿਤੇ ਦੁਨੀਆ ਵਾਲੀ ਹੋਮੇ ਸੀ, ਤੇ ਨਾ ਹੀ ਕੋਈ ਇਹੋ ਜਿਹੀ ਗੱਲ ਕਰਨ ਵਾਲਾ ਸੀ। ਹੋਮੇ ਆਦਿਕ ਦੀ ਗੱਲ ਕਰਨ ਵਾਲਾ ਨਾ ਸੀ ਕੋਈ। ਨਾ ਰਾਜਾ ਸੀ, ਨਾ ਕੋਈ ਪ੍ਰਜਾ ਸੀ, ਨਾ ਕੋਈ ਹੋਮੇ ਦੀਆਂ ਗੱਲਾਂ ਕਰਨ ਵਾਲਾ ਸੀ। ਭਾਉ ਨਾ ਭਗਤੀ ਨਾ ਸ਼ਿਵ ਸ਼ਕਤੀ। ਸ਼ਿਵ ਦਾ ਮਤਲਬ ਚੇਤਨ, ਸ਼ਕਤੀ ਦਾ ਮਤਲਬ ਜੜ ਪਦਾਰਥ। ਯਾਨੀ ਚੇਤਨ ਤੇ ਜੜ, ਜੀਵਾਤਮਾ ਤੇ ਮਾਇਆ ਦਾ ਦਵੰਦ, ਜਿਹਨੂੰ ਆਮ ਲੋਕ ਕਹਿੰਦੇ ਨੇ। ਤਦੋਂ ਨਾ ਕਿਤੇ ਪ੍ਰੇਮ ਸੀ, ਨਾ ਕਿਤੇ ਭਗਤੀ ਸੀ, ਨਾ ਕਿਤੇ ਜੜ ਸੀ, ਨਾ ਚੇਤਨ ਸੀ। ਸਾਜਨ ਮੀਤ ਬਿੰਦ ਨਹੀਂ ਰਖਤੀ। ਮੀਤ ਦਾ ਮਤਲਬ ਮਿੱਤਰ, ਬਿੰਦ ਦਾ ਮਤਲਬ ਪਿਤਾ ਦਾ ਵੀਰਜ, ਤੇ ਰਖਤੀ ਦਾ ਮਤਲਬ ਮਾਂ ਦਾ ਲਹੂ। ਨਾ ਤਦੋਂ ਕੋਈ ਸੱਜਣ ਸੀ, ਨਾ ਮਿੱਤਰ ਸੀ, ਨਾ ਪਿਤਾ ਦਾ ਵੀਰਜ ਸੀ, ਨਾ ਮਾਂ ਦੀ ਰੱਤ ਸੀ। ਆਪੇ ਸ਼ਾਹ
ਆਪੇ ਵਣਜਾਰਾ ਸਾਚੇ ਇਹੋ ਪਾਇੰਦਾ। ਤਦੋਂ ਪ੍ਰਭੂ ਆਪ ਹੀ ਸ਼ਾਹ ਸੀ, ਆਪ ਹੀ ਵਣਜ ਕਰਨ ਵਾਲਾ ਸੀ। ਉਦੋਂ ਪ੍ਰਭੂ ਨੂੰ ਇਹ ਹੀ ਚੰਗਾ ਲੱਗ ਰਿਹਾ ਸੀ। ਵੇਦ ਕਤੇਬ ਨਾ ਸਿਮਰਿਤ ਸ਼ਾਸਤ। ਕਤੇਬ ਦਾ ਮਤਲਬ ਸਾਮੀ ਮਜ਼ਹਬ ਦੀਆਂ ਕਿਤਾਬਾਂ, ਜਿਵੇਂ ਕੁਰਾਨ, ਅੰਜੀਲ, ਤੌਰੀਤ ਔਰ ਜ਼ੰਬੂਰ। ਵੇਦ ਦਾ ਮਤਲਬ ਹਿੰਦੂ ਵੀਰਾਂ ਦੇ ਜੋ ਵੇਦ ਨੇ, ਸਿਮਰਤੀਆਂ ਔਰ ਸ਼ਾਸਤਰ, ਇਹ ਹਿੰਦੂਆਂ ਦੇ ਪੁਸਤਕਾਂ ਨੇ, ਔਰ ਕਤੇਬ ਜਿਹੜੇ ਨੇ ਇਹ ਸਾਮੀ ਮਤ ਦੀਆਂ ਪੁਸਤਕਾਂ ਨੇ। ਨਾ ਕਿਤੇ ਸ਼ਾਸਤਰ, ਸਿਮਰਤੀਆਂ ਤੇ ਵੇਦ ਸਨ, ਨਾ ਕੁਰਾਨ, ਅੰਜੀਲ ਆਦਿਕ ਸਾਮੀ ਕਿਤਾਬਾਂ ਸਨ। ਪਾਠ ਕੁਰਾਨ ਉਦੈ ਨਹੀਂ ਆਸਤ। ਉਦੈ ਦਾ ਮਤਲਬ ਸੂਰਜ ਦਾ ਚੜ੍ਹਨਾ, ਆਸਤ ਦਾ ਮਤਲਬ ਸੂਰਜ ਦਾ ਡੁੱਬਣਾ। ਤਦੋਂ ਕਿਤੇ ਪੁਰਾਣਾਂ ਦੇ ਪਾਠ ਵੀ ਨਹੀਂ ਸਨ, ਨਾ ਕਿਤੇ ਸੂਰਜ ਦਾ ਚੜ੍ਹਨਾ ਸੀ, ਔਰ ਨਾ ਸੂਰਜ ਦਾ ਡੁੱਬਣਾ ਸੀ। ਕਹਿਤਾ ਬਖਤਾ ਆਪ ਅਗੋਚਰ, ਆਪੇ ਅਲਖ ਲਖਾਇੰਦਾ। ਅਗੋਚਰ ਦਾ ਮਤਲਬ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ। ਤਦੋਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲਾ ਪ੍ਰਭੂ ਆਪ ਹੀ ਬੋਲਣ ਚਾਲਣ ਵਾਲਾ ਸੀ, ਆਪ ਹੀ ਅਦ੍ਰਿਸ਼ਟ ਸੀ, ਆਪ ਹੀ ਆਪਣੇ ਆਪ ਨੂੰ ਪ੍ਰਗਟ ਕਰਨ ਵਾਲਾ ਸੀ। ਹੁਣ ਇੱਥੋਂ ਤੱਕ ਤਾਂ ਜਿਹੜੇ ਬੰਦ ਨੇ ਨਾ ਇਹ ਸ਼ਬਦ ਦੇ 13, ਇਹਦੇ ਵਿੱਚ ਉਹ ਅਵਸਥਾ ਹੈ ਅਰਬਦ ਨਰਬਦ ਦੀ ਗੱਲ, ਕਿ ਜਿਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਅਰਬਦ ਨਰਬਦ ਦਾ ਮਤਲਬ ਕਿ ਐਸੀ ਦਸ਼ਾ ਜਿਹਦੇ ਬਾਰੇ ਕੁਝ ਬਿਆਨ ਨਾ ਕੀਤਾ ਜਾ ਸਕੇ, ਕਿਉਂਕਿ ਉਦੋਂ ਕੁਝ ਵੀ ਇਹਨਾਂ ਚੀਜ਼ਾਂ ਦੇ ਵਿੱਚੋਂ ਹੈ ਨਹੀਂ ਸੀ। ਪ੍ਰਭੂ ਆਪਣੇ ਆਪ ਨੂੰ ਆਪ ਹੀ ਪ੍ਰਗਟ ਕਰ ਰਿਹਾ ਸੀ। ਹੁਣ ਅੱਗੇ ਦੱਸਦੇ ਨੇ, ਜਾਂ ਤਿਸ ਭਾਣਾ ਤਾਂ ਜਗਤ ਉਪਾਇਆ। ਪ੍ਰਭੂ ਨੂੰ ਚੰਗਾ ਲੱਗਾ ਤਾਂ ਉਹਨੇ ਜਗਤ ਉਪਾਇਆ ਦਾ ਮਤਲਬ ਆਪਣੇ ਤੋਂ ਪੈਦਾ ਕੀਤਾ ਜਗਤ, ਯਾਨੀ ਆਪਣੇ ਆਪ ਨੂੰ ਜਗਤ ਰੂਪ ਵਿੱਚ ਉਪਾਇਆ, ਪੈਦਾ ਕਰ ਲਿਆ, ਬਣਾ ਲਿਆ। ਬਾਜ ਕਲਾ ਆਡਾਨ ਰਹਾਇਆ। ਆਡਾਨ ਦਾ ਮਤਲਬ ਪਸਾਰਾ, ਰਹਾਇਆ ਦਾ ਮਤਲਬ ਟਿਕਾਇਆ ਹੋਇਆ ਹੈ। ਇਹ ਸਾਰੇ ਜਗਤ ਖਿਲਾਰੇ ਨੂੰ ਕਿਸੇ ਦਿਸ ਦੇ ਸਹਾਰੇ ਤੋਂ ਬਿਨਾ ਆਪਣੇ ਆਪਣੇ ਥਾਂ ਤੇ ਟਿਕਾ ਦਿੱਤਾ। ਯਾਨੀ ਹੁਣ ਅਸੀਂ ਮਕਾਨ ਖੜਾ ਕਰਨਾ ਹੋਵੇ, ਉੱਤੇ ਛੱਤ ਪਾਣਾ ਹੋਵੇ, ਤਾਂ ਥੱਲੇ ਦੀਵਾਰਾਂ ਜਾਂ ਥੰਮੇ ਬਣਾਉਣੇ ਪੈਣਗੇ। ਪਰ ਕਿਸੇ ਚੰਦਰਮਾ ਥੱਲੇ, ਸੂਰਜ ਥੱਲੇ, ਜਾਂ ਜਿੰਨੇ ਵੀ ਗ੍ਰਹਿ ਨਕਸ਼ਤਰ ਤਾਰੇ ਸਿਆਰੇ ਨੇ, ਇਹਨਾਂ ਦੇ ਥੱਲੇ ਕੋਈ ਥੰਮੀਆਂ ਨਹੀਂ ਹਨ। ਬਿਨਾਂ ਕਿਸੇ ਦਿਸ ਦੇ ਸਹਾਰੇ ਤੋਂ ਇਹ ਸਾਰਾ ਕੁਛ, ਸਾਰਾ ਦਾ ਸਾਰਾ ਜਿਹੜਾ ਖਲਾਰਾ ਹੈ, ਪਸਾਰਾ ਹੈ, ਉਹ ਟਿਕਾ ਦਿੱਤਾ। ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਮਾਇਆ ਮੋਹ ਵਧਾਇੰਦਾ। ਤਦੋਂ ਉਸਨੇ ਬ੍ਰਹਮਾ ਵਿਸ਼ਨੂੰ ਸ਼ਿਵ ਪੈਦਾ ਕੀਤੇ ਔਰ ਮਾਇਆ ਦਾ ਮੋਹ ਵਧਾ ਦਿੱਤਾ। ਵਿਰਲੇ ਕੋ ਗੁਰ ਸ਼ਬਦ ਸੁਣਾਇਆ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਕਿਸੇ ਵਿਰਲੇ ਨੂੰ ਗੁਰੂ ਨੇ ਉਪਦੇਸ਼ ਸੁਣਾਇਆ, ਵਿਰਲੇ ਕੋ ਗੁਰ ਸ਼ਬਦ ਸੁਣਾਇਆ, ਕਿਸੇ ਵਿਰਲੇ ਨੂੰ ਗੁਰੂ ਦਾ ਸ਼ਬਦ ਸੁਣਾਇਆ। ਯਾਨੀ ਅੱਜ ਜਿਹੜਾ ਇਹ ਪਸਾਰਾ ਹੈ, ਇਸ ਪਸਾਰੇ ਦੇ ਅੰਦਰ ਕੋਈ ਐਸੇ ਵਿਰਲੇ ਗਿਆਨਵਾਨ ਜਿਹੜੇ ਗੁਰ ਸ਼ਬਦ ਨੂੰ ਸੁਣਦੇ ਨੇ। ਗੁਰ ਸ਼ਬਦ ਦਾ ਮਤਲਬ ਉਪਦੇਸ਼ ਯਾਨੀ ਗਿਆਨ, ਜੋ ਸੱਚੇ ਗਿਆਨ ਨੂੰ ਸੁਣਦੇ ਨੇ ਔਰ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਨੇ। ਕਰ ਕਰ ਦੇਖੈ ਹੁਕਮ ਸਭਾਇਆ। ਉਹਨਾਂ ਨੂੰ ਸਮਝ ਆ ਜਾਂਦੀ ਇਸ ਚੀਜ਼ ਦੀ ਕਿ ਪ੍ਰਭੂ ਜਗਤ ਪੈਦਾ ਕਰਕੇ ਆਪ ਹੀ ਸੰਭਾਲ ਕਰ ਰਿਹਾ ਹੈ ਤੇ ਹਰ ਥਾਂ ਉਹਦਾ ਹੀ ਹੁਕਮ ਚੱਲ ਰਿਹਾ ਹੈ। ਉਹਨੂੰ ਇਹ ਸਮਝ ਆ ਜਾਂਦੀ ਹੈ। ਇਹ ਸਾਰਾ ਪਸਾਰਾ ਰਚਨ ਤੋਂ ਬਾਅਦ ਹੁਣ ਕਹਿ ਰਹੇ ਨੇ ਕਿ ਜਿਹਨੂੰ ਗੁਰੂ ਨੇ ਸ਼ਬਦ ਸੁਣਾਇਆ ਨਾ, ਜਿਹਨੇ ਗੁਰੂ ਸ਼ਬਦ ਦੀ ਗਿਆਨ ਦੀ ਵਰਤੋਂ ਕੀਤੀ ਹੈ, ਉਹਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ ਕਿ ਹਰ ਥਾਂ ਦੇ ਉੱਤੇ ਪ੍ਰਭੂ ਦਾ ਹੁਕਮ ਵਰਤ ਰਿਹਾ ਹੈ ਔਰ ਆਪ ਹੀ ਉਹ ਜਗਤ ਨੂੰ ਪੈਦਾ ਕਰਕੇ ਹੁਕਮ ਦੇ ਅੰਦਰ ਜਗਤ ਦੀ ਪਾਲਣਾ ਕਰ ਰਿਹਾ ਹੈ। ਖੰਡ
ब्रह्मांड पाताल आरंभे गुप्तों प्रगटी आएंदा। आरंभे का मतलब आरंभ कीते, गुप्तों का मतलब गुपत तो। ਇਹ ਜਿਹੜੀ ਪੰਕਤੀ ਹੈ ਇਹਨੂੰ ਗੌਰ ਦੇ ਨਾਲ ਸਮਝਣ ਦੀ ਜ਼ਰੂਰਤ ਹੈ। ਇਹਦੇ ਵਿੱਚੋਂ ਬਹੁਤ ਸਾਰੇ ਸਾਡੀਆਂ ਮਨੌਤਾਂ ਵੀ ਔਰ ਸਾਡੇ ਬਹੁਤ ਸਾਰੇ ਸ਼ੰਕੇ ਵੀ ਦੂਰ ਹੋਣਗੇ ਜੇ ਅਸੀਂ ਇਹਨੂੰ ਵਿਸ਼ਵਾਸ ਦੇ ਨਾਲ, ਪਿਆਰ ਦੇ ਨਾਲ ਇਹਨੂੰ ਸਮਝਣ ਦਾ ਯਤਨ ਕਰਾਂਗੇ। ਖੰਡ ਬ੍ਰਹਿਮੰਡ ਪਾਤਾਲ ਆਰੰਭੇ, ਪ੍ਰਭੂ ਨੇ ਆਪ ਹੀ ਖੰਡ ਬ੍ਰਹਿਮੰਡ ਪਤਾਲ ਆਦਿਕ ਆਰੰਭੇ ਸ਼ੁਰੂ ਕੀਤੇ। ਗੁਪਤੋਂ ਪ੍ਰਗਟੀ ਆਇੰਦਾ, ਗੁਪਤੋਂ ਦਾ ਮਤਲਬ ਗੁਪਤ ਹਾਲਾਤ ਤੋਂ, ਪ੍ਰਗਟੀ ਆਇੰਦਾ ਮਤਲਬ ਪ੍ਰਗਟ ਹੋ ਗਿਆ। ਗੁਪਤ ਹਾਲਾਤ ਤੋਂ ਆਪ ਹੀ ਪ੍ਰਗਟ ਹੋ ਗਿਆ। ਯਾਨੀ ਜਿਹੜੀ ਪਹਿਲੀ ਕੰਡੀਸ਼ਨ ਸੀ ਨਾ, ਜੋ ਅਰਬਦ ਨਰਬਦ ਦੀ ਆਪਾਂ ਵਿਚਾਰੀ ਹੈ, ਤਾਂ ਹੁਣ ਇਹ ਸੰਸਾਰ ਦਿਸ ਰਿਹਾ ਹੈ। ਤਾਂ ਇਹ ਸੰਸਾਰ ਰੱਬ ਤੋਂ ਵੱਖਰਾ ਨਹੀਂ, ਰੱਬ ਸੰਸਾਰ ਤੋਂ ਵੱਖਰਾ ਨਹੀਂ, ਰੱਬ ਆਪ ਹੀ ਗੁਪਤ ਤੋਂ ਪ੍ਰਗਟ ਹੋ ਗਿਆ। ਨਿਰੰਕਾਰ ਆਕਾਰ ਉਪਾਇਆ, ਨਿਰਗੁਣ ਤੇ ਸਰਗੁਣ ਥਿਆ, ਨਿਰਾਕਾਰ ਹੀ ਆਕਾਰ ਰੂਪ ਵਿੱਚ ਹੋ ਗਿਆ। ਉਹ ਆਪ ਹੀ ਨਿਰਗੁਣ ਤੋਂ ਸਰਗੁਣ ਹੋ ਗਿਆ। ਨਿਰੰਕਾਰ ਆਪ ਹੀ ਸੰਸਾਰ ਬਣ ਗਿਆ। ਹੁਣ ਜੇ ਅਸੀਂ ਇਸ ਚੀਜ਼ ਨੂੰ ਸਮਝ ਲਈਏ ਔਰ ਬੰਦਾ ਇਹਦੇ ਤੇ ਵਿਸ਼ਵਾਸ ਬਣਾ ਲਵੇ ਔਰ ਇਹ ਗੱਲ ਸਮਝ ਆ ਜਾਏ, ਤਾਂ ਫਿਰ ਜਿਹੜੇ ਰੱਬ ਵਾਲੇ ਸਾਡੇ ਭਰਮ ਭੁਲੇਖੇ ਨੇ ਉਹ ਦੂਰ ਹੋ ਜਾਣਗੇ। ਫਿਰ ਅਦਿਸਤਾ ਜਗਤ ਸਾਰਾ ਰੱਬ ਦਾ ਰੂਪ ਨਜ਼ਰੀ ਪਵੇਗਾ। ਇਹ ਵੀ ਸੰਸਾਰ ਤੁਮ ਦੇਖਦੇ ਤੇ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ, ਕਿਉਂਕਿ ਉਹ ਆਪ ਹੀ ਪ੍ਰਗਟ ਹੋਇਆ ਹੈ, ਗੁਪਤ ਤੋਂ ਪ੍ਰਗਟ ਹੋਇਆ ਹੈ। ਆਪ ਹੀ ਨਿਰਾਕਾਰ ਤੋਂ ਸਾਕਾਰ ਹੋਇਆ ਹੈ, ਆਪ ਹੀ ਨਿਰਗੁਣ ਤੋਂ ਸਰਗੁਣ ਹੋ ਗਿਆ ਹੈ, ਆਪ ਹੀ ਨਿਰੰਕਾਰ ਤੋਂ ਸੰਸਾਰ ਬਣ ਗਿਆ ਹੈ। ਇਹ ਚੀਜ਼ ਸਮਝਣ ਵਾਲੀ ਹੈ। ਆਕਾ ਅੰਤ ਨਾ ਜਾਣੇ ਕੋਈ, ਕੋਈ ਵੀ ਪ੍ਰਭੂ ਦਾ ਅੰਤ ਨਹੀਂ ਜਾਣਦਾ। ਜੋ ਵੀ ਆ ਸੰਸਾਰ ਹੈ, ਕੁਦਰਤ ਹੈ, ਰਚਨਾ ਹੈ, ਚਾਹੇ ਉਹ ਰਚਨ ਕਾਲ ਤੋਂ ਸੰਸਾਰ ਰਚਨਾ ਤੋਂ ਪਿਛਲੀ ਹਾਲਾਤ ਹੈ ਜਾਂ ਸੰਸਾਰ ਰਚਨਾ ਤੋਂ ਬਾਅਦ ਦੀ ਹਾਲਾਤ ਹੈ, ਉਹਦਾ ਅੰਤ ਨਹੀਂ ਕੋਈ ਪਾ ਸਕਦਾ। ਰੱਬੀ ਗੁਣਾਂ ਨੂੰ ਗਾਇਆ ਜਾ ਸਕਦਾ ਹੈ, ਰੱਬੀ ਗੁਣਾਂ ਦੇ ਧਾਰਨੀ ਹੋਇਆ ਜਾ ਸਕਦਾ ਹੈ, ਰੱਬੀ ਰਜਾ ਵਿੱਚ ਰਿਹਾ ਜਾ ਸਕਦਾ ਹੈ, ਲੇਕਿਨ ਰੱਬੀ ਰਜਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਗਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪੂਰੇ ਗੁਰ ਤੇ ਸੋਝੀ ਹੋਈ, ਪਰ ਇਹ ਜਿਹੜੀ ਸੂਝ ਹੈ ਨਾ, ਇਹ ਪੂਰੇ ਗੁਰੂ ਤੋਂ ਹੁੰਦੀ ਹੈ। ਗੁਰੂ ਦੇ ਗਿਆਨ ਰਾਹੀਂ ਇਹ ਸੂਝ ਮਿਲਦੀ ਹੈ। ਹੁਣ ਜ਼ਰੂਰਤ ਹੈ ਕਿ ਅਸੀਂ ਪੂਰੇ ਗੁਰੂ ਤੋਂ ਸੂਝ ਲਈਏ। ਤੇ ਇਹ ਆਪਾਂ ਗੱਲ ਰੋਜ਼ ਵਿਚਾਰ ਰਹੇ ਹਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਯੂਨੀਵਰਸਲ ਟਰੁੱਥ ਹੈ ਤੇ ਸਾਡੇ ਵਾਸਤੇ ਬਾਣੀ ਹੀ ਗੁਰੂ ਹੈ। ਇਹ ਤਾਂ ਸਰਬ ਵਿਦਿਤ ਗੱਲ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਤਾਂ ਸਾਨੂੰ ਸੂਝ ਮਿਲਣੀ ਹੈ ਪੂਰੇ ਗੁਰੂ ਤੋਂ, ਪਰ ਸੂਝ ਸਾਨੂੰ ਮਿਲ ਤਾਂ ਨਹੀਂ ਪਾਉਂਦੀ ਕਿ ਅਸੀਂ ਗੁਰੂ ਦੀ ਬਜਾਏ ਕਿਸੇ ਹੋਰ ਦੀ ਗੱਲ ਨੂੰ ਮੰਨ ਲੈਂਦੇ ਹਾਂ। ਉਦੋਂ ਪ੍ਰੋਬਲਮ ਆਉਂਦੀ ਹੈ ਕਿ ਫਲਾਂ ਬੰਦਾ ਇੰਜ ਕਹਿੰਦਾ ਹੈ, ਫਲਾਂ ਪ੍ਰਚਾਰਕ ਇੰਜ ਕਹਿੰਦਾ ਹੈ, ਫਲਾਂ ਪ੍ਰਚਾਰਕ ਇੰਜ ਕਹਿੰਦਾ ਹੈ। ਹੁਣ ਇੱਥੇ ਪ੍ਰੋਬਲਮ ਸਾਡੀ ਹੈ ਕਿ ਅਸੀਂ ਗੁਰੂ ਦੀ ਬਜਾਏ ਕਿਸੇ ਬੰਦੇ ਨੂੰ ਮਹਾਨਤਾ ਦੇ ਰਹੇ ਹਾਂ। ਇਸ ਕਰਕੇ ਸਾਡੀ ਸੂਝ ਸਮਝ ਜਿਹੜੀ ਹੈ ਉਹ ਨੀਵੀਂ ਰਹਿ ਜਾਂਦੀ ਹੈ। ਪੂਰੇ ਗੁਰ ਤੇ ਸੋਝੀ ਹੋਈ, ਨਾਨਕ ਸਾਚ ਰਤੇ ਬਿਸਮਾਦੀ, ਬਿਸਮ ਭੈ ਗੁਣ ਗਾਇਂਦਾ। ਸਾਚ ਦਾ ਮਤਲਬ ਸੱਚ ਵਿੱਚ, ਬਿਸਮਾਦੀ ਦਾ ਮਤਲਬ ਹੈਰਾਨ, ਬਿਸਮ ਦਾ ਮਤਲਬ ਹੈਰਾਨ। ਜਿਹੜੇ ਬੰਦੇ
ਸੱਚ ਦੇ ਅੰਦਰ ਰੰਗੇ ਜਾਂਦੇ ਨੇ, ਸੱਚ ਦੇ ਪ੍ਰੇਮ ਵਿੱਚ ਰੰਗੇ ਜਾਂਦੇ ਨੇ, ਉਹਨਾਂ ਦੀ ਬੇਅੰਤ ਤਾਕਤ ਦੇ ਕੌਤਕ ਵੇਖ ਵੇਖ ਕੇ ਹੈਰਾਨ ਹੀ ਹੈਰਾਨ ਹੁੰਦੇ ਹਨ ਤੇ ਉਹ ਉਸ ਪ੍ਰਭੂ ਦੇ ਗੁਣ ਗਾਉਂਦੇ ਨੇ। ਯਾਨੀ ਪੂਰੇ ਗੁਰੂ ਤੋਂ ਜਿਨ੍ਹਾਂ ਨੂੰ ਸੂਝ ਮਿਲਦੀ ਹੈ ਨਾ, ਉਹ ਸੱਚ ਦੇ ਅੰਦਰ ਰੰਗੇ ਜਾਂਦੇ ਨੇ। ਨਾਨਕ ਸਾਚ ਰੱਤੇ, ਸੱਚ ਦੇ ਵਿੱਚ ਰੰਗੇ ਜਾਂਦੇ ਨੇ, ਮਨ ਵਚਨ ਕਰਮ ਕਰਕੇ। ਔਰ ਸਾਡੀ ਜ਼ਿੰਦਗੀ ਦਾ ਗੋਲ ਵੀ ਇਹੋ ਹੀ ਹੈ ਕਿ ਅਸੀਂ ਸਚਿਆਰ ਹੋਣਾ ਹੈ, ਮਨ ਵਚਨ ਕਰਮ ਕਰਕੇ। ਤੇ ਜਿਹੜਾ ਬੰਦਾ ਸੱਚ ਦੇ ਨਾਲ ਰੰਗਿਆ ਜਾਂਦਾ ਹੈ, ਜਿਸ ਦਾ ਇਰਾਦਾ, ਜਿਸ ਦੀ ਮਾਨਸਿਕਤਾ ਸੱਚੀ ਹੈ, ਵਿਸਮਾਦੀ ਦਾ ਮਤਲਬ ਵਿਸਮਾਦ ਦੇ ਵਿੱਚ ਰਹਿੰਦਾ ਹੈ, ਆਨੰਦ ਦੇ ਵਿੱਚ ਰਹਿੰਦਾ ਹੈ, ਔਰ ਉਹ ਹੈਰਾਨ ਕਰ ਦੇਣ ਵਾਲੇ ਪ੍ਰਭੂ ਦੇ ਇਹਨਾਂ ਕੌਤਕਾਂ ਨੂੰ ਵੇਖਦਾ ਹੈ, ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ, ਔਰ ਉਹ ਗੁਣ ਗਾਉਂਦਾ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਸੰਸਾਰ ਉਸ ਨਿਰੰਕਾਰ ਦਾ ਹੀ ਰੂਪ ਹੈ, ਉਸ ਪ੍ਰਭੂ ਆਪ ਹੀ ਸੰਸਾਰ ਰੂਪ ਦੇ ਵਿੱਚ ਕਨਵਰਟ ਹੋ ਗਿਆ ਹੈ। ਇਹ ਦਿਸਦਾ ਜਗਤ ਰੱਬ ਦਾ ਰੂਪ ਹੈ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਰੱਬ ਕੋਈ ਵੱਖਰਾ ਉੱਤੇ ਬੈਠਾ ਹੋਇਆ ਨਹੀਂ, ਜਿਵੇਂ ਜੰਨਤ ਵਿੱਚ ਜਾਂ ਸਵਰਗ ਵਿੱਚ ਜਾਂ ਕਿਤੇ ਸੱਚਖੰਡ ਵਿੱਚ ਜਾਂ ਬੈਕੁੰਠ ਦੇ ਵਿੱਚ ਵੱਖਰਾ ਉੱਤੇ ਬੈਠਾ ਹੋਇਆ ਨਹੀਂ। ਆ ਸਾਰਾ ਦਿਸਦਾ ਹੋਇਆ ਜਗਤ ਪ੍ਰਭੂ ਦਾ ਰੂਪ ਹੈ। ਤੁਸੀਂ ਸਾਰੇ ਪ੍ਰਭੂ ਦਾ ਰੂਪ ਹੋ। ਸਿਰਫ ਜਿਹਨੂੰ ਪੂਰੇ ਗੁਰੂ ਰਾਹੀਂ ਸੂਝ ਮਿਲ ਜਾਂਦੀ ਹੈ, ਉਹ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਰੱਬੀ ਗੁਣ ਗਾਉਂਦਾ ਹੈ, ਔਰ ਉਹਦੇ ਕੌਤਕ ਵੇਖ ਕੇ ਰੱਬੀ ਰਜਾ ਦੇ ਵਿੱਚ ਤੁਰ ਕੇ ਆਨੰਦ ਮੰਗਲ ਵਾਲੀ ਜ਼ਿੰਦਗੀ ਜਿੰਦਾ ਹੈ। ਤਾਂ ਹੁਣ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਹੋਵੇ ਤਾਂ ਉਹ ਸਵਾਲ ਕਰ ਸਕਦਾ ਹੈ, ਜਾਂ ਆਪਣੇ ਵਿਚਾਰ ਦੇਣੇ ਚਾਹੋ ਤਾਂ ਆਪਣਾ ਵਿਚਾਰ ਦੇ ਸਕਦੇ ਹੋ। ਥੋੜੀ ਸਿਹਤ ਖਰਾਬ ਹੋਣ ਕਰਕੇ ਮੈਂ ਸਹੀ ਢੰਗ ਨਾਲ ਸੇਵਾ ਨਹੀਂ ਕਰ ਪਾਇਆ, ਪਰ ਚਲੋ ਫਿਰ ਵੀ ਠੀਕ ਰਹਿ ਗਿਆ ਵੀ ਇੰਨਾ ਕੰਮ ਚੱਲ ਗਿਆ। ਤਾਂ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਤਾਂ ਕਰ ਸਕਦੇ ਹੋ, ਔਰ ਜੇ ਕਿਸੇ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਅਨਮਿਊਟ ਹੋ ਜਾਓ। ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਠੀਕ ਹੈ ਜੀ, ਆਪਾਂ ਇੱਥੇ ਸਮਾਪਤੀ ਕਰ ਦਿੰਦੇ ਹਾਂ। ਕੱਲ ਨੂੰ ਕਲਾਸ ਲੱਗੂਗੀ ਜੀ, ਸੈਟਰਡੇ ਨੂੰ ਕਲਾਸ ਜਿਹੜੀ ਲੱਗਣੀ ਆ ਉਹ ਹਰੇਕ ਨੂੰ ਪਤਾ ਹੈ ਜੀ। ਤੇ ਕਲਾਸ ਲੱਗਣ ਤੋਂ ਪਹਿਲਾਂ ਆਪਣੇ ਨੰਬਰ ਪਾ ਦਿੱਤਾ ਜਾਂਦਾ ਹੈ, ਤੇ ਉਮੀਦ ਹੈ ਕਿ ਕੱਲ ਨੂੰ ਕੋਈ ਮੁਸ਼ਕਲ ਨਾ ਹੋਊਗੀ। ਪਿਛਲੇ ਸੈਟਰਡੇ ਥੋੜੀ ਜਿਹੀ ਹੋਈ ਸੀ ਦਿੱਕਤ, ਤੇ ਕੱਲ ਨੂੰ ਨਾ ਹੋਊਗੀ, ਬੜੀ ਉਮੀਦ ਹੈ ਜੀ। ਤੇ ਆਪਾਂ ਮੁੜ ਕੇ ਫਿਰ ਸੋਮਵਾਰ ਨੂੰ ਆਵਾਂਗੇ ਜੀ 1 ਵਜੇ ਇੱਥੇ ਦੇ ਇੰਗਲੈਂਡ ਦੇ ਟਾਈਮ ਦੇ ਮੁਤਾਬਕ। ਤਾਂ ਉੱਦਾਂ ਹੀ ਆਪਾਂ ਛੁੱਟੀਆਂ ਲਈਏ ਜੀ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।